BA भाग पहला पंजाबी ਸਾਹਿਤ ਦੇ ਵਿਦਿਆਰਥੀਓ ਤੁਹਾਡੇ ਸਿਲੇਬਸ ਤੁਹਾਡੇ ਪਾਠਕ੍ਰਮ ਵਿੱਚ ਨਿਰਧਾਰਿਤ ਕੀਤੀ ਪਾਠ ਪੁਸਤਕ ਆਧੁਨਿਕ ਪੰਜਾਬੀ ਕਵਿਤਾ 1901 ਤੋਂ 2000 ਤੱਕ। ਇਸ ਪਾਠ ਪੁਸਤਕ ਵਿੱਚ ਸੰਪਾਦਕਾਂ ਨੇ ਆਧੁਨਿਕ ਪੰਜਾਬੀ ਕਵਿਤਾ ਨਾਲ ਸੰਬੰਧਿਤ ਪ੍ਰਮੁੱਖ ਕਵੀਆਂ ਦੀਆਂ ਪ੍ਰਤੀਨਿਧ ਕਾਵਿ ਰਚਨਾਵਾਂ ਨੂੰ शामिल किया। इस पाठ पुस्तक विचों तुहाडे लई सीधे तौर ते प्रश्न पूछे जाणगे। उन्हां प्रश्नां दे विच विद्यार्थियों कविता दा विषय वस्तु, काव्य कला, कवि बारे जानकारी। दूसरा क्वेश्चन इदा पूछा जाऊगा प्रसंग सहित व्याख्या। और तीसरा क्वेश्चन जिहड़ा तुहानूं छोटे उत्तरां वाला आऊगा उहदे विच इस पाठ पुस्तक दे विचों प्रश्न पूछे जाणगे 2-2 नंबर दे। सो इस तरह इन्हां प्रश्नां दी तैयारी करन दे लई आपां एक लैक्चर लड़ी शुरू कीती हुई है। उस लैक्चर लड़ी दे विच अज आपां सुरजीत पात्र दी गल करांगे। सुरजीत पात्र दी पंजाबी ਸਾਹਿਤ ਨੂੰ देन ਅਤੇ ਉਹਨਾਂ ਦੀ ਜਿਹੜੀਆਂ ਦੋ ਰਚਨਾਵਾਂ, ਦੋ ਕਾਵਿ ਰਚਨਾਵਾਂ ਇਸ ਪਾਠ ਪੁਸਤਕ ਵਿੱਚ ਸ਼ਾਮਲ ਕੀਤੀਆਂ, ਉਹਨਾਂ ਦੇ ਸਰਲ ਅਰਥਾਂ ਦੀ ਆਪਾਂ ਗੱਲ ਕਰਾਂਗੇ। ਪਹਿਲਾਂ ਆਪਾਂ ਸੁਰਜੀਤ ਪਾਤਰ ਦੇ ਜੀਵਨ ਵੇਰਵੇ ਦੀ ਗੱਲ ਕਰਦੇ ਹਾਂ। ਸੁਰਜੀਤ ਪਾਤਰ ਦਾ ਜਨਮ 1945 ਈਸਵੀ ਨੂੰ ਪਿੰਡ ਪਤਣਾ, ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ। ਸੁਰਜੀਤ ਪਾਤਰ ਨੇ ਪ੍ਰਾਇਮਰੀ ਸਕੂਲ ਦੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਅਤੇ 10ਵੀਂ ਜਮਾਤ ਨੇੜੇ ਦੇ ਪਿੰਡ ਖਹਿਰਾ ਮੱਝਾਂ ਤੋਂ ਪਾਸ ਕੀਤੀ, ਕਿਉਂਕਿ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਸੀ, ਪਿੰਡ ਛੋਟਾ ਹੋਣ ਕਰਕੇ। ਔਰ ਉਸ ਦੀ ਜਿਹੜੀ ਉੱਪਰਲੀ ਪੜ੍ਹਾਈ ਸੀਗੀ, ਉਚੇਰੀ ਪੜ੍ਹਾਈ ਸੀਗੀ 10ਵੀਂ ਦੀ, ਉਹ ਨੇੜਲੇ ਪਿੰਡ ਖਹਿਰਾ ਮੱਝਾਂ ਤੋਂ ਉਹਨਾਂ ਨੇ ਪ੍ਰਾਪਤ ਕੀਤੀ। ਫਿਰ ਉਸ ਤੋਂ ਬਾਅਦ ਸਰਕਾਰੀ ਰਣਧੀਰ ਕਾਲਜ ਕਪੂਰਥਲਾ ਤੋਂ BA ਕਰਨ ਉਪਰੰਤ MA ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੀਤੀ। 1972 ਈਸਵੀ ਵਿੱਚ ਉਹ ਸਹਾਇਕ ਪ੍ਰੋਫੈਸਰ ਵਜੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਨਿਯੁਕਤ ਹੋ ਗਏ। ਇਸੇ ਸਮੇਂ PhD ਦੀ ਡਿਗਰੀ ਪ੍ਰਾਪਤ ਕੀਤੀ ਅਤੇ ਇੱਥੇ ਹੀ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ। ਇਹ ਉਹਨਾਂ ਦਾ ਜੀਵਨ ਵੇਰਵਾ ਹੈ। ਸੁਰਜੀਤ ਪਾਤਰ ਨੇ ਆਪਣੇ ਜੀਵਨ ਦੇ ਵਿੱਚ ਪੰਜਾਬੀ ਸਾਹਿਤ ਲਈ ਕੀ ਕੀਤਾ, ਉਹਦਾ ਵੇਰਵਾ ਹੁਣ ਆਪਾਂ ਅੱਗੇ ਜਾ ਕੇ ਦੇਖਦੇ ਹਾਂ। ਸਮਕਾਲੀ ਪੰਜਾਬੀ ਕਵਿਤਾ ਵਿੱਚ ਸੁਰਜੀਤ ਪਾਤਰ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਕਵੀ ਹੈ। ਵਰਤਮਾਨ ਯੁੱਗ ਦੇ ਵਿੱਚ ਜਿਹੜੇ ਵਰਤਮਾਨ ਯੁੱਗ ਦੇ ਕਵੀ ਹੈ, ਉਹਨਾਂ ਦੇ ਸਭ ਤੋਂ ਵੱਧ ਪੜ੍ਹਿਆ ਤੇ ਸੁਣਿਆ ਜਾਣ ਵਾਲਾ ਕਵੀ ਹੈ। ਉਸ ਦੀ ਕਵਿਤਾ ਵਿਚਲੀ ਪ੍ਰਗੀਤਕ ਰਵਾਨੀ ਪਾਠਕ ਅਤੇ ਸਰੋਤੇ ਨੂੰ ਕੀਲ ਲੈਂਦੀ ਹੈ। ਪ੍ਰਗੀਤਕ ਹੁੰਦਾ ਕਿ ਗੀਤ ਵਰਗੀ ਇੱਕ ਲੈ। ਸੁਰਜੀਤ ਪਾਤਰ ਦੀ ਕਵਿਤਾ ਦਾ ਸਫ਼ਰ 5 ਦਹਾਕਿਆਂ ਤੋਂ ਨਿਰੰਤਰ ਚੱਲ ਰਿਹਾ। ਅੱਜ ਵੀ ਉਹ ਪੰਜਾਬੀ ਦਾ ਸਰਮੌਰ ਕਵੀ ਬਣਿਆ ਹੋਇਆ। ਭਾਵੇਂ ਪਾਤਰ ਦੀ ਕਵਿਤਾ ਦਾ ਸੁਭਾਅ ਬੌਧਿਕ ਹੈ, ਪਰ ਉਸ ਦੀ ਪੇਸ਼ਕਾਰੀ, ਪ੍ਰਗਟਾਅ, ਸੁਹਜ ਅਤੇ ਸੰਵੇਦਨਾ ਹਰ ਵਰਗ ਤੇ ਹਰ ਪੱਧਰ ਤੇ ਪਾਠਕ ਤੱਕ ਪਹੁੰਚਣ ਦੀ ਸਮਰੱਥਾ ਰੱਖਦੀ ਹੈ। ਇਹਦਾ ਭਾਵ ਇਹ ਹੈ ਕਿ ਵਿਦਿਆਰਥੀਓ, ਉਹਦੀ ਜਿਹੜੀ ਕਵਿਤਾ ਡੂੰਘਾਈ ਦੇ ਵਿੱਚ ਹੈ, ਬੌਧਿਕ ਹੈ, ਪਰ ਉਹਦਾ ਪੇਸ਼ ਕਰਨ ਦਾ ਢੰਗ ਇੰਨਾ ਵਧੀਆ ਹੈ ਕਿ ਸਧਾਰਨ ਬੰਦਾ ਵੀ ਉਸਨੂੰ ਸਮਝ ਲੈਂਦਾ। ਸਧਾਰਨ ਇਨਸਾਨ ਤੱਕ ਵੀ, ਸਧਾਰਨ ਪਾਠਕ ਤੱਕ ਵੀ ਉਹ ਆਪਣਾ ਸੰਦੇਸ਼ ਛੱਡਣ ਦੇ ਵਿੱਚ ਉਹਦੀ ਕਵਿਤਾ ਕਾਮਯਾਬ ਹੋ ਜਾਂਦੀ ਹੈ। ਪ੍ਰਗੀਤ ਉਸ ਦੀ ਕਵਿਤਾ ਦੀ ਆਤਮਾ ਹੈ। ਇੱਕ ਕਵੀ ਦੇ ਤੌਰ ਤੇ ਪਾਤਰ ਦਾ ਆਗਾਜ਼ ਇੱਕ ਗਜ਼ਲਗੋ ਵਜੋਂ ਹੁੰਦਾ ਹੈ, ਪਰ ਉਹ ਖੁੱਲੀਆਂ ਬਿਰਤਾਂਤਿਕ ਕਵਿਤਾਵਾਂ ਵੀ ਬਹੁਤ ਹੀ ਕਲਾਤਮਿਕ ਪਰਪੱਕਤਾ ਨਾਲ ਲਿਖਦਾ ਹੈ। ਸ਼ੁਰੂਆਤ ਉਹਨੇ ਗਜ਼ਲ ਲਿਖਣ ਨਾਲ ਕੀਤੀ, ਬਾਅਦ ਦੇ ਵਿੱਚ ਉਹਦੀ ਕਵਿਤਾ ਦੇ ਵਿੱਚ ਵੀ ਵਧੀਆ ਦੇਣ ਹੈਗੀ ਹੈ। ਵਿਅੰਗ ਸਿਰਜ ਕੇ ਉਹ ਆਪਣੀਆਂ ਕਵਿਤਾਵਾਂ ਦੇ ਅਰਥਾਂ ਨੂੰ ਹੋਰ ਗਹਿਰੇ ਕਰ ਦਿੰਦਾ ਹੈ। ਕਵਿਤਾ ਦੇ ਵਿੱਚ ਉਹਦਾ ਇੱਕ ਵਿਅੰਗ ਨਿਕਲਦਾ, ਇਹਦੀਆਂ ਕਵਿਤਾਵਾਂ ਦੇ ਵਿੱਚ ਆਪਾਂ ਦੇਖਾਂਗੇ। ਗਜ਼ਲ ਦੇ ਖੇਤਰ ਵਿੱਚ ਅੱਜ ਉਹ ਇੱਕ ਮਾਡਲ ਕਵੀ ਬਣਿਆ ਹੋਇਆ ਹੈ। ਹਰ ਗਜ਼ਲ ਲਿਖਣ ਵਾਲਾ ਸੁਰਜੀਤ ਪਾਤਰ ਵਰਗੀ ਗਜ਼ਲ ਲਿਖਣਾ ਚਾਹੁੰਦਾ ਹੈ। ਉਸ ਦੀ ਕਵਿਤਾ ਦੇ ਵਿਸ਼ੇ ਗਹਿਰ ਗੰਭੀਰ ਹਨ। ਉੱਪਰ ਵੀ ਆਪਾਂ ਗੱਲ ਕੀਤੀ ਹੈ, ਬਹੁਤ ਇੱਕ ਕਵੀ ਹੈ ਜਿਨ੍ਹਾਂ ਵਿੱਚ ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਅਤੇ ਇਤਿਹਾਸਕ ਸਮੱਸਿਆਵਾਂ, ਸੰਕਟਾਂ ਦੀ ਪੇਸ਼ਕਾਰੀ ਹੋਈ ਮਿਲਦੀ ਹੈ। ਸੁਰਜੀਤ ਪਾਤਰ ਨੇ ਜਦੋਂ 1973 ਈਸਵੀ ਦੇ ਵਿੱਚ ਕੋਲਾਜ
एक संपादन की सीगी। कोलाज सांझे काव्य संग्रह ਇਹਦੇ 'ਚ ਵੱਖ-ਵੱਖ ਕਵੀਆਂ ਦੀਆਂ ਕਵਿਤਾਵਾਂ ਦਿੱਤੀਆਂ ਸੀ ਤੇ ਆਪਣੀ ਕਵਿਤਾ ਵੀ ਸ਼ਾਮਲ ਕੀਤੀ ਸੀ। ਆਪਣਾ ਕਾਵਿ ਸਫ਼ਰ ਉੱਥੋਂ ਆਰੰਭ ਉਹ ਕਰਦਾ ਹੈ। ਉਹ ਇੱਕਦਮ ਇੱਕ ਕਵੀ ਦੇ ਤੌਰ ਤੇ ਪ੍ਰਸਿੱਧ ਹੋ ਜਾਂਦਾ। ਕੋਲਾਜ ਤੋਂ ਬਾਅਦ ਉਸ ਦਾ ਪਹਿਲਾ ਮੌਲਿਕ ਗਜ਼ਲ ਸੰਗ੍ਰਹਿ ਹਵਾ ਵਿੱਚ ਲਿਖੇ ਹਰਫ ਪ੍ਰਕਾਸ਼ਿਤ ਹੋਇਆ, ਜਿਸ ਦੀਆਂ ਗਜ਼ਲਾਂ ਤੇ ਸ਼ੇਰ ਅੱਜ ਵੀ ਪੰਜਾਬੀ ਗਜ਼ਲ ਦੀ 'ਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਦੀ ਜ਼ੁਬਾਨ ਤੇ ਹਨ। ਇਸ ਤੋਂ ਬਾਅਦ ਬਿਰਖ ਅਰਜ ਕਰੇ ਹਨੇਰੇ ਵਿੱਚ ਸੁਲਗਦੀ ਵਰਨਮਾਲਾ, ਲਫ਼ਜ਼ਾਂ ਦੀ ਦਰਗਾਹ, ਪੱਤਝੜ ਦੀ ਪੰਜੇਬ, ਸੁਰਜਮੀਨ ਪੁਸਤਕਾਂ ਛਪੀਆਂ। ਵਾਰਤਕ ਦੇ ਖੇਤਰ ਵਿੱਚ ਉਸ ਦੀ ਸੂਰਜ ਮੰਦਰ ਦੀਆਂ ਪੌੜੀਆਂ ਪੰਜਾਬੀ ਵਾਰਤਕ ਲੇਖ ਮਿਸਾਲ ਕਾਇਮ ਕਰਦੀ ਹੈ। ਪੰਜਾਬੀ ਕਵਿਤਾ ਤੇ ਵਾਰਤਕ ਦੀਆਂ ਪੁਸਤਕਾਂ ਤੋਂ ਇਲਾਵਾ ਪਾਤਰ ਨੇ ਸੰਸਾਰ ਪ੍ਰਸਿੱਧ ਨਾਟਕਾਂ ਦਾ ਸਿਰਜਨਾਤਮਕ ਅਨੁਵਾਦ ਵੀ ਕੀਤਾ। ਬਹੁਤ ਸਾਰੇ ਅਨੁਵਾਦ ਉਹਨੇ ਕੀਤੇ ਜਿਹੜੇ ਪੰਜਾਬੀ ਸਾਹਿਤ ਦੇ ਵਿੱਚ ਮਿਲਦੇ ਹੈ, ਔਰ ਇਹ ਵੱਖ-ਵੱਖ ਅਨੁਵਾਦ ਜਿਸ ਤਰ੍ਹਾਂ ਬਲੱਡ ਬੈਂਡਿੰਗ ਦਾ ਅਨੁਵਾਦ ਕੀਤਾ, ਅੱਗ ਦੇ ਕਲੀਰੇ, ਜਰਮਾਂ ਦਾ ਸਈਓ ਨੀ ਮੈਂ, ਅੰਤਹੀਨ ਤਰਕਾਲਾਂ, ਦਾ ਹਾਊਸ ਆਫ ਬਰਨਾਰਡ ਅਲਵਾ, ਦਾ ਹੁਕਮੀ ਦੀ ਹਵੇਲੀ, ਜਾਂ ਯਰਾਦ ਦੇ ਨਾਟਕ ਮੈਡ ਵੂਮੈਨ ਆਫ ਸੁਆਈਜੋ ਦਾ ਪੰਜਾਬੀ ਰੂਪ ਸ਼ਹਿਰ ਮੇਰੇ ਦੀ ਪਾਗਲ ਔਰਤ ਪ੍ਰਮੁੱਖ ਹਨ। ਸੁਰਜੀਤ ਪਾਤਰ ਨੂੰ ਅਨੇਕ ਅਦਾਰਿਆਂ ਵੱਲੋਂ ਇਨਾਮ ਸਨਮਾਨ ਵੀ ਮਿਲ ਚੁੱਕੇ ਹੈ। ਇਹਨਾਂ ਵਿੱਚੋਂ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ, ਹਨੇਰੇ ਵਿੱਚ ਸੁਲਗਦੀ ਵਰਨਮਾਲਾ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ, ਕੇ ਬਿਰਲਾ ਫਾਊਂਡੇਸ਼ਨ ਵੱਲੋਂ ਸਰਸਵਤੀ ਸਨਮਾਨ ਅਤੇ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਅਵਾਰਡ ਵੀ ਉਹਨਾਂ ਨੂੰ ਮਿਲ ਚੁੱਕਾ ਹੈ। ਇੱਕ ਲਰਜ਼ ਦਾ ਨੀਰ, ਇਹ ਜਿਹੜੀ ਤੁਹਾਡੇ ਕਾਵਿ ਸੰਗ੍ਰਹਿ ਦੇ ਵਿੱਚ ਸ਼ਾਮਲ ਕਵਿਤਾ ਹੈਗੀ। ਇੱਕ ਲਰਜ਼ ਦਾ ਨੀਰ ਕਵਿਤਾ ਦਾ ਜਿਹੜਾ ਕੇਂਦਰੀ ਭਾਵ ਇਹ ਹੈ ਕਿ ਇੱਕ ਸੰਵੇਦਨਸ਼ੀਲ ਮਨੁੱਖ ਹੈ ਨਾ ਜਿਹੜਾ, ਇਸ ਜ਼ੁਲਮ ਅਤੇ ਸਿਤਮ ਵਾਲੇ ਨਿਜ਼ਾਮ ਵਿੱਚ ਕਿਵੇਂ ਚੁੱਪ ਹੋ ਜਾਂਦਾ ਹੈ, ਇਹਦੇ ਬਾਰੇ ਗੱਲ ਕੀਤੀ ਹੈ। ਕੋਈ ਮਰ ਕੇ ਚੁੱਪ ਹੋ ਜਾਂਦਾ ਹੈ, ਕੋਈ ਡਾਢੇ ਸੱਤਾਵਾਦੀ ਢਾਂਚੇ ਤੋਂ ਡਰ ਕੇ ਚੁੱਪ ਹੋ ਜਾਂਦਾ ਹੈ, ਕੋਈ ਹੋਰ ਤੀਜਾ ਜਿਹੜਾ ਹੌਸਲਾ ਕਰਦਾ ਉਹ ਧੱਕੇ ਦਾ ਸ਼ਿਕਾਰ ਹੋ ਜਾਂਦਾ ਹੈ। ਇੱਕ ਸ਼ਾਇਰ ਅਜਿਹੇ ਹਾਲਾਤਾਂ 'ਚ ਸੰਵੇਦਨਾ ਸੰਗ ਲਰਜ਼ਦਾ ਰਹਿੰਦਾ ਹੈ, ਪਰ ਸਮਾਜ ਵਿੱਚ ਪੱਥਰ ਭਾਵ ਕੇ ਨਾ ਬੋਲਣ ਵਾਲਿਆਂ ਦੀ ਗਿਣਤੀ ਇੰਨੀ ਹੈ ਕਿ ਉਹ ਤਾਂ ਗਿਣਤੀ ਕਰਦਿਆਂ ਹੀ ਪੱਥਰ ਹੋ ਜਾਂਦਾ। ਇਹ ਕਵਿਤਾ ਦਮਨਮਈ ਸੱਤਾ ਦਾ ਵੱਡਾ ਪ੍ਰਹਾਰ ਹੈ। ਵਰਤਮਾਨ ਯੁੱਗ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਸੰਕਟ ਦੇ ਵਿੱਚੋਂ ਮਨੁੱਖ ਲੰਘ ਰਿਹਾ। ਨਜ਼ਰ ਅਗਲੀ ਜਿਹੜੀ ਕਵਿਤਾ ਉਹਨਾਂ ਦੀ ਨਜ਼ਰ ਸੁਰਜੀਤ ਪਾਤਰ ਦੀ ਪ੍ਰਸਿੱਧ ਅਤੇ ਚਰਚਿਤ ਪ੍ਰਗੀਤਕ ਨਜ਼ਮ ਹੈ। ਇਸ ਕਵਿਤਾ ਦਾ ਕੇਂਦਰੀ ਵਿਸ਼ਾ ਪੰਜਾਬ ਦਾ ਉਹ ਦੁਖਾਂਤ ਜਿਹੜਾ ਪੰਜਾਬੀਆਂ ਨੇ 1980-90 ਦੇ ਦੌਰਾਨ ਭੋਗਿਆ। ਇਹ ਉਸ ਸਮਾਂ ਸੀ ਜਦੋਂ ਪੰਜਾਬ ਵਿੱਚ ਨਿਰਦੋਸ਼ ਕਤਲ ਹੋ ਰਹੇ ਸਨ, ਪਰ ਹਰ ਪਾਸੇ ਖੌਫ ਤੇ ਆਤੰਕ ਦਾ ਸਾਇਆ ਸੀ। ਅਜਿਹੇ ਸਮੇਂ ਸੁਰਜੀਤ ਪਾਤਰ ਦਿਲਾਂ ਨੂੰ ਬਿੰਨਣ ਵਾਲੀ ਬਹੁਤ ਹੀ ਸੰਵੇਦਨਸ਼ੀਲ, ਬਹੁਤ ਹੀ ਸੰਵੇਦਨਾਤਮਕ ਅਤੇ ਭਾਵੁਕ ਨਜ਼ਰ ਦੀ ਸਿਰਜਣਾ ਕਰਦਾ ਹੈ। ਨਜ਼ਰ ਕਵਿਤਾ ਪੰਜਾਬ ਦੇ ਉਹਨਾਂ ਹਾਲਾਤਾਂ ਦੀ ਗੱਲ ਕਰਦੀ ਹੈ ਜਦੋਂ ਪੰਜਾਬ ਦੇ ਵਿੱਚ ਇੱਕ ਮੂਵਮੈਂਟ ਚੱਲੀ ਸੀ, ਖਾੜਕ ਮੂਵਮੈਂਟ, ਔਰ ਉਸਨੇ ਪੰਜਾਬ ਦੇ ਨੌਜਵਾਨੀ ਦਾ ਬੜਾ ਘਾਣ ਕੀਤਾ ਸੀ। ਦੋ ਪਾਸਿਆਂ ਤੋਂ ਲੋਕ ਮਰ ਰਹੇ ਸੀਗੇ, ਇੱਕ ਪਾਸੇ ਸਰਕਾਰੀ ਤੰਤਰ ਤੇ ਦੂਸਰੇ ਪਾਸੇ ਜਿਹੜੇ ਸੰਘਰਸ਼ ਕਰਨ ਵਾਲੇ ਲੋਕ, ਉਹਨਾਂ ਦੇ ਵਿਚਕਾਰ ਇੱਕ ਸਧਾਰਨ ਇਨਸਾਨ ਕਿਸ ਤਰ੍ਹਾਂ ਪਿਸ ਰਿਹਾ ਉਹਦੀ ਗੱਲ ਸੁਰਜੀਤ ਪਾਤਰ ਇਸ ਕਵਿਤਾ ਦੇ ਵਿੱਚ ਕਰਦਾ ਹੈ। ਪਾਤਰ ਇਸ ਸੰਕਟ ਦੇ ਇਤਿਹਾਸਿਕ, ਰਾਜਨੀਤਿਕ ਤੇ ਸੰਸਕ੍ਰਿਤਿਕ ਕਾਰਨਾਂ ਦੀ ਪਹਿਚਾਣ ਵੀ ਕਰਦਾ ਹੈ। ਸੋ ਵਿਦਿਆਰਥੀ, ਇਹਨਾਂ ਦੀਆਂ ਦੋ ਕਵਿਤਾਵਾਂ ਤੁਹਾਡੇ ਇਸ ਪਾਠਕ੍ਰਮ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ। ਇੱਕ ਲਰਜ਼ ਦਾ ਨੀਰ ਸੀ, ਦੂਸਰਾ ਨਜ਼ਰ। ਇਹਨਾਂ ਦੋਨਾਂ ਦੇ ਆਪਾਂ ਸਰਲ ਅਰਥ ਕਰਦੇ ਹਾਂ, ਫਿਰ ਇਹਨਾਂ ਦੇ ਛੋਟੇ ਜਿਹੜੇ ਕੁਐਸਚਨ ਹੋਣਗੇ ਉਹਨਾਂ ਦੀ ਵੀ ਗੱਲ ਕਰਾਂਗੇ। ਪਹਿਲੀ ਕਵਿਤਾ ਬੜੀ ਹੀ ਸੋਹਣੀ ਕਵਿਤਾ ਹੈ। ਇੱਕ ਲਰਜ਼ ਦਾ ਨੀਰ ਸੀ, ਉਹ ਮਰ ਕੇ ਪੱਥਰ ਹੋ ਗਿਆ। ਦੂਸਰਾ ਇੱਕ ਹਾਦਸੇ ਤੋਂ ਡਰ ਕੇ ਪੱਥਰ ਹੋ ਗਿਆ। ਹੁਣ ਕਹਿੰਦਾ ਵੀ ਇੱਕ ਬੰਦਾ ਸੀਗਾ, ਜਿਹੜੀ ਦਮਨਕਾਰੀ ਸਰਕਾਰ ਹੈਗੀ ਹੈ, ਜ਼ਾਲਮ ਸਰਕਾਰ ਹੈਗੀ ਹੈ, ਉਸ ਨੇ ਇੱਕ ਇਹੋ ਜਿਹਾ ਮਾਹੌਲ ਬਣਾਤਾ ਸਮਾਜ ਦੇ ਵਿੱਚ, ਸਮਾਜ ਨੂੰ ਆਪਸ ਦੇ ਵਿੱਚ ਲੜਾਤਾ, ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ ਆਪਣਾ ਉੱਲੂ ਸਿੱਧਾ ਕਰਦੀ ਸੀ ਉਹ ਸਮੇਂ ਦੀ ਜਿਹੜੀ ਸਥਾਪਤੀ ਸੀ, ਸਮੇਂ ਦੀ ਸਰਕਾਰ ਸੀ। ਉਸ ਸਥਾਪਤੀ ਦੇ ਖਿਲਾਫ, ਉਸ ਸਰਕਾਰੀ ਜ਼ੁਲਮ ਦੇ ਖਿਲਾਫ ਲੜਨ ਦਾ ਕੋਈ ਮਾਦਾ ਨਹੀਂ ਰੱਖਦਾ ਸੀ, ਲੜਨ ਦਾ ਕੋਈ ਜੇਰਾ ਨਹੀਂ ਕਰ ਪਾਉਂਦਾ ਸੀਗਾ। ਲਰਜ਼ ਦਾ ਹੁੰਦਾ ਹੈਗਾ ਕੰਬ ਰਿਹਾ ਪਾਣੀ, ਲਰਜ਼ ਦਾ ਨੀਰ ਤੋਂ ਭਾਵ ਹੈ ਕੰਬ ਰਿਹਾ ਪਾਣੀ, ਕੰਬਦੇ ਪਾਣੀ ਦੀ ਤਰ੍ਹਾਂ ਸੀ ਉਹ ਸੱਤਾ ਦੇ
दमन दे विच लरजदा होया कंबदा होया पानी की तरह मर गया अते मर के पत्थर हो गया। पहला मनुख जिहड़ा पहले तरह के इंसान दी कई एक समाज दे विच कई तरह के इंसान होंदे, पहली तरह का इंसान वो सत्ता दे दमन का शिकार हो गया, उस दमनकारी सरकार दे जुल्म का शिकार हो गया ते वो मर गया, पत्थर हो गया, चुप हो गया। दूसरा किहड़ा सीगा, दूसरी प्रकार के लोग, दूसरी तरह का इंसान इस हादसे तो डर के पत्थर हो गया। उन्हें देखा कि समाज के एक वर्ग के उपर इन्ना जुल्म किया सरकार ने, इन्ना जुल्म, और जुल्म दे करके वो लोग अपनी जान तो हथ धो गए। दूसरी तरह के लोग उस जुल्म तो डरते हुए चुप हो गए अते पत्थर की तरह समाज दे विच विचरन लगे। तीसरा जिहड़ा मनुख हैगा ना, इस हादसे नूं कर लगा सी बयान, वो किसी पत्थर दे घूरन करके पत्थर हो गया। देखो किन्नी इत्थे आके गल अपने बिल्कुल कह सकते हो तुसी कि उपर चली जाती है, गल शिखर ते चली जाती है कविता दी इहदी। तीसरा इस हादसे नूं पहला जिहड़ा मनुख सीगा, पहली तरह का मनुख, वो सरकार दे दमन का शिकार हो जाता है। दूसरी तरह का मनुख उस दमन तो डरदा होया चुप हो जाता है। तीसरा मनुख जिहड़ा उस हादसे नूं किसी ना किसी रूप दे विच बयान करन लग्या सी, वो मीडिया भी हो सकता है, वो प्रिंट मीडिया भी हो सकता है, वो इलैक्ट्रॉनिक मीडिया भी हो सकता है, वो कोई समाज सेवी बंदा भी हो सकता है, समाज दे लई लड़न वाला इंसान भी हो सकता है, मानवता दे पक्ष दे विच गल करन वाला इंसान भी हो सकता है। वो जदों इस हादसे दे खिलाफ, इस जुल्म दे खिलाफ, जालम सरकार दे खिलाफ कोई गल करन लग्या, कोई उसका प्रगटा करन लग्या, उस समय जिहड़े सरकार पक्षी पत्थर रूपी लोग सीगे, सरकार दा पक्ष पूर्ण वाली धिर सीगी, उहदे घूरन करके वो चुप हो गया। तीसरी तरह का मनुख दी यह हालत हो गई, तीसरी तरह के मनुख की इस तरह की जिहड़ी स्थिति हो गई। हुण चौथी स्थिति की है? चौथी स्थिति है कि एक शायर, एक कवि, एक संवेदनशील मनुख दी, जिहड़ा कि साहित्यकार है, कवि है, गीतकार है, वो बंदा बचिया सी कला, वो बंदा बच गया। वो हुण देखदे आ की करदा है। एक शायर बचा रहा संवेदना संग लरजदा, इन्ने पत्थर वो तां गिनती करके ही पत्थर हो गया। हुण जिहड़ा शायर सीगा उहदे तो आस कीती जा रही सी कि कोई गल करूगा, कवि समाज दे विच जिहड़े जुल्म हो रहे हैं, सरकारी जुल्म, उन्हां दे खिलाफ कोई ना कोई विचार प्रगट करूगा। पर वो जिहड़ा कवि सीगा, वो जिहड़ा साहित्यकार सीगा, वो भी पानी की तरह कंबदा है, लरजदा है, उहदी संवेदना भी चुप हो जाती है, क्योंकि समाज दे विच इन्ने पत्थर उन्हां दी गिनती करदा करदा वो खुद ही पत्थर हो गया। सो विद्यार्थियों, इस कविता दे विच, इस छोटी जी नज़म दे विच बहुत भावपूर्ण विचार कवि ने पेश कीते हैं। वर्तमान युग दे विच, वर्तमान स्थितियां दे विच भी ये कविता बड़ी भावपूर्ण है, क्योंकि हुण इस समाज दे विच भी इस तरह की स्थिति दे विचों मनुख लंघ रहा है। और इस कविता का जिहड़ा विषय हैगा वो वर्तमान जिहड़ी दमनकारी सत्ता हैगी है, जुल्म करने वाली सत्ता हैगी है, उसका डर करके मनुख किस तरह चुप होकर पत्थर हो जाता है, इनू विषय बनाया। और कवि ने बड़े ही स्पष्ट अते वधिया ढंग दे नाल एक गल लोगों तक पहुँचाउण दा सफल यतन किया। इसका विषय जिहड़ा मनोविग्यानक, यथार्थ अते व्यंगात्मक है। व्यंग कसया बहुत वड्डा, वर्तमान समय दे विच सत्ता मनुख नूं किवें मार दिंदी है, सत्ता मनुख नूं किवें डरा दिंदी है, धमकाउंदी है ते उहदी आवाज़ नूं पत्थर बना दिंदी है। इहदे बारे कवि ने अपने जिहड़े विचार हैगे आ वो पेश कीते है। स्थितियां इत्थों तक बिगड़ गई कि एक मनुख डरदा होया अपने दुख सत्ता दे अगे, सरकार दे अगे जां समय दीयां स्थितियां दे अगे पेश करन तो भी डर जांदा है, घबरा जांदा है अते ओह चुप हो जाता है। सो विद्यार्थियों, इस कविता का विषय इस इहदे विचों छोटे छोटे जिहड़े क्वेश्चन निकलणगे उन्हां दी गल तुसीं ध्यान नाल नोट कर लिओ। अगली हैगी नज़र।
विद्यार्थियों नज़र कविता ना जिहड़ी ये असल दे विच पंजाब दे विच एक हालात एक हनेरी चली सीगी। वो हनेरी सीगी खाड़कू मूवमेंट और ये किते ना किते पंजाब दे विच मसला खड़ा होया सीगा भाषा दा, पंजाब दे पाणियां दा, पंजाब दे हक्कां दा। गल दिल्ली ते पंजाब दी हो रही सीगी। उस लड़ाई दे विच एक मूवमेंट निकली सीगी, वो खाड़कू मूवमेंट, हथियारबंद संघर्ष। ਉਹਦੇ ਵਿੱਚ बड़ा कुछ बड़ा नुकसान पंजाब ਦਾ ਹੋਇਆ ਸੀ। ਉਹਦੀ ਗੱਲ ਇਸ ਨਜ਼ਮ ਦੇ ਵਿੱਚ ਕੀਤੀ ਗਈ ਹੈ। ਕਵੀ ਨੇ ਬੜੇ ਵਧੀਆ ਢੰਗ ਨਾਲ ਇਸ ਨੂੰ ਪੇਸ਼ ਕੀਤਾ। ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ। ਕਹਿੰਦਾ ਪੰਜਾਬ ਨੂੰ ਨਜ਼ਰ ਲੱਗ ਗਈ ਹੈ, ਪੰਜਾਬ ਦੀਆਂ ਸਥਿਤੀਆਂ ਵਿਗੜ ਗਈਆਂ। ਇੰਨਾ ਹੱਸਦਾ ਖੇਡਦਾ ਪੰਜਾਬ, ਇੰਨਾ ਵਧੀਆ ਸਮਾਜ ਪੰਜਾਬ ਦੇ ਵਿੱਚ ਜਿਹੜਾ ਸਥਾਪਿਤ ਹੋਇਆ ਸੀਗਾ। ਵੱਖ-ਵੱਖ ਧਰਮਾਂ ਦੇ ਲੋਕ ਇੱਕ ਦੂਜੇ ਨਾਲ ਪਿਆਰ ਤੇ ਮੁਹੱਬਤ ਨਾਲ ਰਹਿ ਰਹੇ ਸੀਗੇ ਔਰ ਸਾਰੇ ਤਿਉਹਾਰ, ਸਾਰੇ ਰੀਤੀ ਰਿਵਾਜ ਇੱਕ ਦੂਜੇ ਨਾਲ ਸਾਂਝੇ ਸੀਗੇ। ਉਸ ਨੂੰ ਕਿਸ ਦੀ ਨਜ਼ਰ ਲੱਗ ਗਈ? ਆਪਾਂ ਅੱਜ ਇਹਦੀ ਨਜ਼ਰ ਉਤਾਰਨੀ ਹੈ। ਸਾਡੇ ਸੱਭਿਆਚਾਰ ਦੇ ਵਿੱਚ, ਸਾਡੀ ਸੋਚ ਦੇ ਵਿੱਚ ਕਿਤੇ ਨਾ ਕਿਤੇ ਇਹ ਹੈ ਕਿ ਜਦੋਂ ਕਿਸੇ ਨੂੰ ਨਜ਼ਰ ਲੱਗ ਜੇ ਨਾ, ਸਾਡਾ ਇੱਕ ਵਿਸ਼ਵਾਸ ਹੈ ਕਿ ਜਦੋਂ ਕਿਸੇ ਨੂੰ ਨਜ਼ਰ ਲੱਗ ਜਾਂਦੀ ਹੈ ਤਾਂ ਮਿਰਚਾਂ ਲੈ ਕੇ, ਕੌੜੀਆਂ ਮਿਰਚਾਂ ਲੈ ਕੇ ਉਹਦੇ ਸਿਰ ਤੋਂ ਵਾਰ ਕੇ ਚੁੱਲ੍ਹੇ ਦੇ ਵਿੱਚ ਸੁੱਟ ਦਿੱਤੀਆਂ ਜਾਂਦੀਆਂ, ਮਚਾ ਦਿੱਤੀਆਂ ਜਾਂਦੀਆਂ। ਬੱਚਿਆਂ ਦੇ ਉੱਪਰ ਖਾਸ ਕਰਕੇ ਵੀ ਜਦੋਂ ਬੱਚਾ ਬਹੁਤਾ ਰੋਂਦਾ, ਨਿੱਕਾ ਜਿਹਾ ਬੱਚਾ, ਉਹਨੂੰ ਕਿਸੇ ਦੀ ਨਜ਼ਰ ਲੱਗ ਗਈ, ਉਹ ਨਜ਼ਰ ਉਤਾਰਨ ਦੀ ਖਾਤਰ ਮਿਰਚਾਂ ਉਹਦੇ ਸਿਰ ਤੋਂ ਵਾਰ ਕੇ ਉਹ ਮਚਾਈਆਂ ਜਾਂਦੀਆਂ। ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ, ਇਹਦੀ ਨਜ਼ਰ ਉਤਾਰਨ ਦੀ ਖਾਤਰ ਇੱਕ ਜਿਹੜਾ ਸਾਡਾ ਵਿਸ਼ਵਾਸ ਹੈ ਉਹਨੂੰ ਵੀ ਕਰਕੇ ਦੇਖ ਲਓ। ਸਿਰ ਤੋਂ ਵਾਰੋ, ਵਾਰ ਕੇ ਅੱਗ ਦੇ ਵਿੱਚ ਸਾੜੋ। ਕਹਿੰਦਾ ਇਹਨੂੰ ਸਿਰ ਤੋਂ ਵਾਰ ਦਿਓ, ਸਿਰ ਤੋਂ ਵਾਰਨ ਤੋਂ ਬਾਅਦ ਇਹਨੂੰ ਅੱਗ ਦੇ ਵਿੱਚ ਸਾੜ ਦਿਓ। ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ। ਪੰਜਾਬ ਨੂੰ ਪਤਾ ਨਹੀਂ ਕਿਹੜੇ ਕਲੈਣੀ ਨਜ਼ਰ ਲੱਗ ਗਈ ਹੈ, ਪਤਾ ਨਹੀਂ ਇਹਨੂੰ ਕਿਸ ਤਰ੍ਹਾਂ ਦੀ ਨਜ਼ਰ ਨੇ ਖਾ ਲਿਆ ਹੈ। ਹੱਸਦਾ ਰਸਦਾ ਪੰਜਾਬ, ਹੱਸਦਾ ਵਸਦਾ ਪੰਜਾਬ ਇੱਕ ਸਮਾਜਿਕ ਸੰਘਰਸ਼ ਦੇ ਵਿੱਚ ਚਲਿਆ ਗਿਆ। ਇੱਕ ਅਜਿਹੇ ਸੰਘਰਸ਼ ਦੇ ਵਿੱਚ ਜਿੱਥੇ ਲੋਕ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਕਰਦੇ, ਇੱਕ ਦੂਜੇ ਦੀ ਜਾਨ ਦੇ ਬੈਰੀ ਬਣੇ ਹੋਏ ਆ। ਉਸ ਤਰ੍ਹਾਂ ਦੇ ਪੰਜਾਬ ਦੇ ਉੱਪਰੋਂ ਆਪਾਂ ਨਜ਼ਰ ਉਤਾਰਨੀ ਹੈ। ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ, ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿੱਚ ਬੜੀਆਂ। ਕਹਿੰਦਾ ਵੀ ਮਿਰਚਾਂ ਜਿਹੜੀਆਂ ਹੈਗੀਆਂ ਕਿਤੋਂ ਬਾਹਰੋਂ ਨਹੀਂ ਲੈ ਕੇ ਆਉਣੀਆਂ। ਅਸੀਂ ਮਿਰਚਾਂ ਇੱਥੇ ਹੀ ਪੈਦਾ ਹੋ ਰਹੀਆਂ। ਇਹ ਨਹਿਜ ਮਿਰਚਾਂ ਨੂੰ ਆਪਾਂ ਸਾੜਨਾ ਹੈ, ਇਹਨਾਂ ਮਿਰਚਾਂ ਦੀ ਅਸੀਂ ਫਸਲ ਨੂੰ ਖਤਮ ਕਰਨਾ ਹੈ। ਇਹ ਜਿਹੜੀ ਸੋਚ ਹੈਗੀ ਹੈ ਇਹ ਅਸਲ ਦੇ ਵਿੱਚ ਨਫ਼ਰਤ ਵਾਲੀ ਸੋਚ ਹੈ। ਇਹਨੂੰ ਖਤਮ ਕਰਨਾ ਆਪਾਂ। ਇਹ ਕਿਤੋਂ ਬਾਹਰੋਂ ਨਹੀਂ ਲੈ ਕੇ ਆਉਣੀਆਂ, ਇਹ ਤਾਂ ਆਪਣੇ ਵਿਹੜੇ ਵਿੱਚ ਹੀ ਬਹੁਤ ਹੁੰਦੀਆਂ। ਇਹਨਾਂ ਮਿਰਚਾਂ ਦੀ ਜਿਹੜੀ ਪਹਿਲੀ ਭਰਵੀਂ ਫਸਲ ਸੀ ਕਦੋਂ ਪੈਦਾ ਹੋਈ ਸੀ ਉਹ ਦੇਖਦੇ ਆਪਾਂ। ਪਹਿਲੀ ਭਰਵੀਂ ਫਸਲ ਇਹਨਾਂ ਦੀ ਉਦੋਂ ਲੱਗੀ ਜਦੋਂ ਆਪੇ ਪੰਜਾਬੀਆਂ ਪੰਜਾਬੀ ਛੱਡੀ। ਪਹਿਲੀ ਜਿਹੜੀ ਫਸਲ ਇਹਦੀ ਮਿਰਚਾਂ ਦੀ ਉਦੋਂ ਪੈਦਾ ਹੋਈ। ਇਹ ਨਫ਼ਰਤ ਦੀ ਪਹਿਲੀ ਫਸਲ ਉਦੋਂ ਪੈਦਾ ਹੋਈ ਜਦੋਂ ਪੰਜਾਬ ਦੇ ਵਿੱਚ ਭਾਸ਼ਾ ਤੇ ਧਰਮ ਦੀ ਜਦੋਂ ਇੱਕ ਜਨਗਣਨਾ ਹੁੰਦੀ ਹੈਗੀ ਹੈ ਵਿਦਿਆਰਥੀਓ 10 ਸਾਲਾਂ ਬਾਅਦ, ਜਦੋਂ ਉਹਦੇ ਵਿੱਚ ਫਿਰ ਭਾਸ਼ਾ ਵੀ ਪੁੱਛੀ ਜਾਂਦੀ ਹੈ, ਉਹਦੇ ਵਿੱਚ ਧਰਮ ਵੀ ਪੁੱਛਿਆ ਜਾਂਦਾ, ਉਹਦੇ ਵਿੱਚ ਜਾਤ ਵੀ ਪੁੱਛੀ ਜਾਂਦੀ ਹੈ। ਤੇ ਪੰਜਾਬ ਦੇ ਇੱਕ ਵਰਗ ਨੇ ਆਪਣੀ ਪੰਜਾਬੀ ਭਾਸ਼ਾ ਦੀ ਥਾਂ ਤੇ ਹਿੰਦੀ ਭਾਸ਼ਾ ਲਿਖਾਈ ਸੀ। ਇਹਨਾਂ ਕੁ ਲੋਕਾਂ ਦੇ ਵਿੱਚ ਇੱਕ ਪ੍ਰਚਾਰ ਕਰ ਦਿੱਤਾ ਸੀ ਕਿ ਆਪਾਂ ਪੰਜਾਬੀ ਨਹੀਂ ਲਿਖਾਉਣੀ, ਆਪਾਂ ਹਿੰਦੀ ਭਾਸ਼ਾ ਲਿਖਾਉਣੀ ਆਪਣੀ ਮਾਤ ਭਾਸ਼ਾ। ਉਸ ਸਮੇਂ ਪਹਿਲੀ ਜਿਹੜੀ ਫਸਲ ਹੈ ਉਦੋਂ ਕਹਿੰਦਾ ਕਵੀ ਕਹਿੰਦਾ ਬੀਜੀ ਗਈ ਸੀ ਪੰਜਾਬ ਦੇ ਵਿੱਚ ਨਫ਼ਰਤ ਦੀ ਅੱਗ। ਤੇ ਫਿਰ ਅਗਲੀ ਫਸਲ ਦੇ ਵੀ ਗਏ ਖਿਲਾਰੇ, ਵੱਢੇ ਗਏ ਨਿਰਦੋਸ਼ ਜਦੋਂ ਰਾਹ ਜਾਂਦੇ ਮਾਰੇ। ਫਿਰ ਕਹਿੰਦਾ ਅਗਲੀ ਫਸਲ ਕਦੋਂ ਉੱਗੀ ਸੀਗੀ? ਜਦੋਂ ਲੋਕ ਇੱਕ ਦੂਜੇ ਦੀ ਜਾਨ ਦੇ ਬੈਰੀ ਬਣ ਗਏ ਸੀਗੇ। ਇੱਕ ਵਰਗ ਨੇ ਦੂਸਰੇ ਵਰਗ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਸੀਗਾ। ਨਿਰਦੋਸ਼ ਲੋਕਾਂ ਨੂੰ, ਰਾਹ ਜਾਂਦਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਬੱਸਾਂ ਦੇ ਵਿੱਚੋਂ ਕੱਢ ਕੇ ਮਾਰਨਾ ਸ਼ੁਰੂ ਕਰ ਦਿੱਤਾ। ਇਹ ਦੂਸਰੀ ਫਸਲ ਉਸ ਸਮੇਂ ਕਹਿੰਦਾ ਇਹ ਪੰਜਾਬ ਦੇ ਵਿੱਚ ਉੱਗੀ, ਵਿਸਤਾਰ ਹੋਇਆ ਇਹਦਾ। ਵੱਢਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ, ਪਰ ਵੇ ਦੋਸ਼ਾਂ ਖੂਨ ਤਾਂ ਪੱਗਾਂ ਸਿਰ ਲੱਗਾ। ਕਹਿੰਦਾ ਵੀ ਇਹ ਲੋਕ ਇੱਕ ਦੂਜੇ ਨੂੰ ਮਾਰਨ ਵਾਲੇ ਕੌਣ ਸੀ ਇਹਦਾ ਕਿਸੇ ਨੂੰ ਨਹੀਂ ਪਤਾ ਲੱਗਿਆ। ਇਹ ਭੇਤ ਭਰੀ ਗੱਲ ਹੀ ਸੀਗੀ। ਪਤਾ ਨਹੀਂ ਤਾਂ ਇਹ ਜਿਹੜੇ ਸਰਕਾਰੀ ਤੰਤਰ ਆ ਉਹ ਕਰਵਾ ਰਿਹਾ ਸੀ, ਲੋਕਾਂ ਦੇ ਵਿੱਚ ਨਫ਼ਰਤ ਬੀਜਣ ਦੇ ਉੱਪਰ ਲੱਗਿਆ ਰਿਹਾ ਸੀ। ਕੋਈ ਏਜੰਸੀ ਸੀ ਸਰਕਾਰੀ ਜਿਹੜੀ ਲੋਕਾਂ ਨੂੰ ਇੱਕ ਦੂਜੇ ਨਾਲ ਲੜਾਉਣ ਦੀ ਖਾਤਰ ਇੱਕ ਦੂਜੇ ਦੇ ਕਤਲ ਕਰਵਾ ਰਹੀ ਸੀਗੀ।
ਇਹ ਬੇਦੋਸ਼ਾ ਖੂਨ ਤਾਂ ਅਖੀਰ ਦੇ ਵਿੱਚ ਪੱਗਾਂ ਦੇ ਸਿਰ ਹੀ ਲੱਗਿਆ, ਨੌਜਵਾਨ ਸਿੱਖ ਨੌਜਵਾਨਾਂ ਦੇ ਸਿਰ ਹੀ ਲੱਗਿਆ ਕਿ ਉਹਨਾਂ ਨੇ ਇੱਕ ਜਿਹੜੀ ਮੂਵਮੈਂਟ ਚਲਾਈ ਹੈ, ਉਸ ਕਰਕੇ ਇਹ ਲੋਕ ਮਾਰੇ ਜਾ ਰਹੇ ਆ। ਉਹ ਛਿੱਟੇ ਖੂਨ ਦੇ ਬਣ ਗਏ ਬਹਾਨਾ, ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ। ਕਹਿੰਦਾ ਫਿਰ ਉਹ ਛਿੱਟੇ ਨੂੰ ਬਹਾਨਾ ਬਣਾ ਕੇ ਸਾਡੇ ਪੰਜਾਬੀ ਨੌਜਵਾਨਾਂ ਨੂੰ ਪੁਲਿਸ ਦੇ ਗੋਲੀ ਦਾ ਸ਼ਿਕਾਰ ਹੋਣਾ ਪਿਆ। ਔਰ ਇਸ ਤਰ੍ਹਾਂ ਦੇ ਨਾਲ ਕਿ ਜਿਹੜੇ ਸਾਡੇ ਆਪਣੇ ਸੀ ਉਹੀ ਸਾਡੇ ਲਈ ਬੇਗਾਨੇ ਹੋ ਗਏ, ਇੱਕ ਦੂਜੇ ਦੇ ਨਾਲ ਨਫ਼ਰਤ ਕਰਨ ਲੱਗ ਪਏ, ਇੱਕ ਦੂਜੇ ਤੋਂ ਵਿਸ਼ਵਾਸ ਖਤਮ ਹੋ ਗਿਆ। ਜਿੱਥੋਂ ਤੱਕ ਸ਼ਾਂ ਤਖਤ ਦੀ ਅੱਗਾਂ ਹੀ ਅੱਗਾਂ, ਚੌਂਕ ਚਰਾਹੇ ਸੜਦੀਆਂ ਪੱਗਾਂ ਹੀ ਪੱਗਾਂ। ਕਹਿੰਦਾ ਵੀ ਜਿੱਥੋਂ ਤੱਕ ਵੀ ਫਿਰ ਜਾ ਸਕਦੀ ਸੀ ਇਹ ਗੱਲ ਗਈ, ਇਹ ਗੱਲ ਇੱਥੋਂ ਤੱਕ ਚਲੀ ਗਈ ਕਿ ਉਹਦਾ ਕੋਈ ਅੰਤ ਹੀ ਨਾ ਰਿਹਾ, ਉਹਦਾ ਕੋਈ ਸਿਰਾ ਹੀ ਨਾ ਰਿਹਾ, ਕਿਉਂਕਿ ਜਿਹੜੀ ਇਹ ਅੱਗ ਸੀਗੀ ਇਹਦਾ ਕੋਈ ਅੱਗਾ ਪਿੱਛਾ ਨਹੀਂ, ਕਿੱਥੋਂ ਸ਼ੁਰੂ ਹੋਈ ਸੀ ਕਿੱਥੇ ਖਤਮ ਹੋ ਰਹੀ ਹੈ ਇਹਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ। ਚਾਰੇ ਪਾਸੇ ਅੱਗ ਹੀ ਅੱਗ ਸੀ, ਨਫ਼ਰਤ ਦੀ ਅੱਗ ਸੀ। ਚੌਕ ਚਰਾਹੇ ਦੇ ਉੱਪਰ ਲੋਕ ਸਾੜੇ ਜਾ ਰਹੇ ਸੀਗੇ, ਪੱਗਾਂ ਇੱਕ ਦੂਜੇ ਦੀਆਂ ਉਛਾਲੀਆਂ ਜਾ ਰਹੀਆਂ ਸੀ, ਇੱਕ ਦੂਜੇ ਨੇ ਇੱਜ਼ਤਾਂ ਉਛਾਲੀਆਂ ਜਾ ਰਹੀਆਂ ਸੀ। ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ, ਸਭ ਕੁਝ ਅੱਗ ਵਿੱਚ ਸੜ ਗਿਆ ਮਿਰਚਾਂ ਨਾ ਸੜੀਆਂ। ਕਹਿੰਦਾ ਕਿ ਜਿਹੜੇ ਲੋਕਾਂ ਦੇ ਚਾਅ ਸੀਗੇ, ਮਲਾਰ ਸੀਗੇ, ਹਾਸੇ ਸੀਗੇ, ਉਹ ਸਾਰੇ ਸੜ ਗਏ, ਉਹ ਸਾਰੇ ਖਤਮ ਹੋ ਗਏ। ਪਰ ਜਿਹੜੀਆਂ ਮਿਰਚਾਂ ਸੀਗੀਆਂ ਅੱਗ ਦੇ ਵਿੱਚ ਸਾੜਨ ਦੇ ਲਈ ਲੋਕਾਂ ਦੀ ਨਜ਼ਰ ਉਚਾਰਨ ਦੀ ਖਾਤਰ, ਉਹ ਮਿਰਚਾਂ ਨਾ ਸੜੀਆਂ, ਬਾਕੀ ਸਾਰਾ ਕੁਝ ਸੜ ਗਿਆ। ਹੁਣ ਡੋਡੀਆਂ ਹੁੰਦੀਆਂ ਗੀਆਂ ਫੁੱਲ ਤੋਂ ਪਹਿਲਾਂ ਦੀ ਸਥਿਤੀ, ਫੁੱਲ ਵੀ ਸੜ ਗਏ, ਪੱਤੇ ਵੀ ਸੜ ਗਏ, ਤੇ ਲੋਕਾਂ ਦੀਆਂ ਖੁਸ਼ੀਆਂ ਵੀ ਸੜ ਗਈਆਂ, ਲੋਕਾਂ ਦੇ ਹਾਸੇ ਵੀ ਖਤਮ ਹੋ ਗਏ, ਪਰ ਉਹ ਮਿਰਚਾਂ ਨਾ ਸੜੀਆਂ। ਜ਼ਹਿਰੀ ਮਿਰਚਾਂ ਪਤਾ ਨਹੀਂ ਕਿੱਧਰੋਂ ਆਈਆਂ ਸੀ, ਕਿਸ ਢੰਗ ਦੇ ਨਾਲ ਵਿਕਾਸ ਹੋ ਰਿਹਾ ਸੀ ਸਮਾਜ ਦੇ ਵਿੱਚ, ਇਹਦੇ ਬਾਰੇ ਕਵੀ ਕਹਿੰਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ। ਉਹ ਮਿਰਚਾਂ ਜ਼ਹਿਰੀਲੀਆਂ ਇਹਦੇ ਸਿਰ ਤੋਂ ਵਾਰੋ ਵਾਰ ਕੇ ਅੱਗ ਵਿੱਚ ਸਾੜੋ। ਕਹਿੰਦਾ ਵੀ ਜਿਹੜੀਆਂ ਜ਼ਹਿਰੀਲੀ ਸੋਚ ਸੀ, ਉਹ ਜ਼ਹਿਰੀਲੀ ਸੋਚ ਨੂੰ ਕਿਵੇਂ ਖਤਮ ਕਰਨਾ ਹੈ, ਇਹ ਸੋਚ ਤਾਂ ਇੱਕ ਦਿਨ ਖਤਮ ਕਰਨੀ ਹੀ ਪਊਗੀ। ਇਹ ਕਿਸੇ ਢੰਗ ਦੇ ਨਾਲ ਉਹ ਮਿਰਚਾਂ ਇਕੱਠੀਆਂ ਕਰੋ, ਇਕੱਠੀਆਂ ਕਰਕੇ ਪੰਜਾਬ ਦੇ ਸਿਰ ਤੋਂ ਵਾਰੋ ਤੇ ਇਹਨੂੰ ਅੱਗ ਦੇ ਵਿੱਚ ਸਾੜ ਦਿਓ, ਤਾਂ ਕਿ ਲੋਕਾਂ ਦੀ ਜਿਹੜੀ ਦੁੱਖ ਦਰਦ ਵੀ ਖਤਮ ਹੋ ਜਾਣ, ਉਹ ਵੀ ਸੜ ਜਾਣ, ਖਤਮ ਹੋ ਜਾਣ। ਅੱਗ ਪਿੱਤਰਾਂ ਦੀ ਜੀਭ ਹੈ ਉਹਦੀ ਭੇਟਾਂ ਚਾੜੋ, ਉਹ ਪਿੱਤਰਾਂ ਦਾ ਬੀਜਿਆ ਬੀਤੇ ਸੰਗ ਸਾੜੋ। ਪਿੱਤਰ ਹੁੰਦਾ ਹੈਗਾ ਜਿਹੜੇ ਲੋਕ ਇਸ ਦੁਨੀਆ ਤੋਂ ਚਲੇ ਜਾਂਦੇ ਆ, ਤੇ ਉਹਨਾਂ ਦੇ ਜਿਹੜੇ ਵਾਰਸ ਹੁੰਦੇ ਹੈਗੇ ਆਪਣੇ ਪਿੱਤਰਾਂ ਦੀ ਖਾਤਰ ਪਾਠ ਪੂਜਾ ਕਰਾ ਕੇ ਉਹਨਾਂ ਦੀ ਕਿਤੇ ਨਾ ਕਿਤੇ ਮੁਕਤੀ ਕਰਾਉਣ ਦੀ ਕੋਸ਼ਿਸ਼ ਕਰਦੇ ਆ। ਤੇ ਸਾਡੇ ਵੀ ਕਹਿੰਦਾ ਜਿਹੜੇ ਬਜ਼ੁਰਗਾਂ ਤੋਂ ਕਿਤੇ ਕੋਈ ਗਲਤੀ ਹੋਈ ਹੋਣੀ ਹੈ, ਜਾਂ ਬਜ਼ੁਰਗਾਂ ਨੇ ਜਿਹੜੀ ਪੰਜਾਬ ਦੀ ਵੰਡ ਸਮੇਂ ਕੋਈ ਗਲਤੀ ਕੀਤੀ ਹੈ, ਜਾਂ ਪੰਜਾਬ ਦੇ ਨਾਲ ਹੋ ਰਹੇ ਧੱਕੇ ਸਮੇਂ ਕੁਛ ਗੱਲਾਂ ਗਲਤ ਹੋਈਆਂ ਹੋਣਗੀਆਂ। ਅੱਗ ਪਿੱਤਰਾਂ ਦੀ ਜੀਭ ਹੈ ਉਹਦੀ ਭੇਟਾ ਚਾੜੋ। ਕਹਿੰਦਾ ਵੀ ਜਿਹੜੀ ਸਾਡੀ ਅੱਗ ਹੈਗੀ ਹੈ, ਅੱਗ ਦੀ ਭੇਟਾ ਨੂੰ ਪੂਰਾ ਕਰੋ, ਤਾਂ ਕਿ ਜਿਹੜਾ ਸਾਡਾ ਜ਼ਹਿਰੀਲਾ ਸਮਾਜ ਹੈਗਾ ਇਹਦੇ ਵਿੱਚੋਂ ਨਫ਼ਰਤ ਨੂੰ ਖਤਮ ਕੀਤਾ ਜਾ ਸਕੇ। ਇਹ ਫੈਲੀ ਹੋਈ ਨਫ਼ਰਤ ਅਤੇ ਪਾਗਲਪਨ ਦੀ ਅੱਗ ਸਾਡੇ ਵਡੇਰਿਆਂ ਦੀ ਜੀਭ ਹੈ ਇੱਕ ਤਰ੍ਹਾਂ ਨਾਲ। ਇਹਨਾਂ ਮਿਰਚਾਂ ਨੂੰ ਉਸ ਅੱਗ ਦੀ ਭੇਟ ਚਾੜ ਦਿਓ। ਸਾਡੇ ਵਡੇਰਿਆਂ ਨੇ ਆਪਣੀ ਮਾਂ ਬੋਲੀ ਤੋਂ ਇਨਕਾਰ ਕਰਕੇ, ਜਿਹੜੇ ਸਾਡੇ ਲੋਕ ਸੀਗੇ ਮਾਂ ਬੋਲੀ ਤੋਂ ਇਨਕਾਰ ਕੀਤਾ ਸੀਗਾ, ਉਹਨਾਂ ਨੇ ਇੱਕ ਨਫ਼ਰਤ ਬੀਜ ਦਿੱਤੀ ਸੀਗੀ ਸਾਡੇ ਸਮਾਜ ਦੇ ਵਿੱਚ, ਜਿਨ੍ਹਾਂ ਲੋਕਾਂ ਨੇ ਪੰਜਾਬੀ ਭਾਸ਼ਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀਗਾ, ਤੇ ਆਪਣੇ ਆਪ ਨੂੰ ਹਿੰਦੀ ਭਾਸ਼ੀ ਮੰਨ ਕੇ ਪੰਜਾਬ ਦੇ ਵਿੱਚ ਇੱਕ ਨਫ਼ਰਤ ਦੇ ਜਿਹੜੇ ਬੀਜ ਬੀਜੇ ਸੀਗੇ, ਉਹਨਾਂ ਬੀਜਾਂ ਨੂੰ ਆਪਾਂ ਰਲ ਮਿਲ ਕੇ ਖਤਮ ਕਰੀਏ, ਤੇ ਇਸ ਨਫ਼ਰਤ ਨੂੰ ਖਤਮ ਕਰਕੇ ਆਪਾਂ ਪੰਜਾਬ ਨੂੰ ਪਹਿਲਾਂ ਦੀ ਤਰ੍ਹਾਂ ਹੀ ਫਿਰ ਹੱਸਦਾ ਵਸਦਾ ਬਣਾ ਦਈਏ। ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਬਾਰੋ। ਸੋ ਵਿਦਿਆਰਥੀਓ, ਇਹ ਕਵਿਤਾ ਦੇ ਵਿੱਚ ਕਵੀ ਨੇ ਪੰਜਾਬ ਦੇ ਵਿੱਚ ਜਿਹੜੀ ਇੱਕ ਤਰਾਸਦੀ ਹੋਈ ਸੀਗੀ, ਪੰਜਾਬ ਦੇ ਵਿੱਚ ਜਿਹੜਾ ਇੱਕ ਨਫ਼ਰਤ ਦੀ ਅੱਗ ਚੱਲੀ ਸੀਗੀ, ਨਫ਼ਰਤ ਦੀ ਇੱਕ ਅੱਗ ਪੈਦਾ ਹੋਈ ਸੀਗੀ, ਉਹਦੀ ਗੱਲ ਕੀਤੀ ਹੈ। ਕੁਛ ਲੋਕਾਂ ਨੇ ਆਪਣੀ ਮਾਂ ਬੋਲੀ ਪੰਜਾਬੀ ਤੋਂ ਇਨਕਾਰ ਕਰਨ ਸਮੇਂ ਪਹਿਲਾਂ ਬੀਜ ਦਿੱਤਾ ਸੀਗਾ ਨਫ਼ਰਤ ਦਾ, ਤੇ ਇਸ ਤੋਂ ਬਾਅਦ ਕੀ ਹੋਇਆ ਕਿ ਇੱਕ ਬਹੁਤ ਵੱਡਾ ਪੰਜਾਬ ਦੇ ਵਿੱਚ ਬਬੇਲਾ ਖੜਾ ਹੋਇਆ ਸੀਗਾ। ਪੰਜਾਬ ਦੇ ਹੱਕਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਲਹਿਰ ਚੱਲੀ ਸੀਗੀ, ਉਹ ਲਹਿਰ ਬਾਅਦ 'ਚ ਹੋਰ ਪਾਸੇ ਚਲੀ ਗਈ। ਇਸ ਦੇ ਨਾਲ ਕੀ ਹੋਇਆ ਕਿ ਜਿਹੜੇ ਨਿਰਦੋਸ਼ ਲੋਕ ਆ ਉਹ ਵਿਚਾਰੇ ਇਸ ਭਿਆਨਕ ਸਮੇਂ ਦਾ ਸ਼ਿਕਾਰ ਹੋ ਗਏ, ਉਹਨਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪਏ। ਤੇ ਜਿਹੜੀ ਸਮੇਂ ਦੀਆਂ ਸਰਕਾਰਾਂ ਸੀਗੀਆਂ, ਤਖਤ ਦੇ ਮਾਲਕ ਸੀਗੀ, ਉਹ ਜਿਹੜੀ ਸਾਡਾ ਇੱਕ ਸਿੱਖ ਧਰਮ ਨੂੰ ਬਦਨਾਮ ਕਰਨ ਦੀ ਕਰਦੇ ਹੋ ਗਿਆ, ਕਤਲੇਆਮ ਦਾ ਸ਼ਿਕਾਰ ਉਸ
सिख धर्म के नौजवान वर्ग नूं देण लग गया। इन्हां हालातां दे विच पंजाब दा जिहड़ा नौजवान है वो पुलिस की गोली का शिकार हो गया। एक पासे सरकारी एजेंसियां भी जुल्म कर रही सीगियां। इस तरह के नाल इस कविता दे विच कवि ने पंजाब दे उस माहौल की गल कीती है जिसने पंजाब नूं बहुत पिछे कर दिता सी। सो विद्यार्थियों, इन्हां दोनों कवितावां दे विच कवि ने बड़े ही भावपूर्ण ढंग दे नाल अपने एक समस्या नूं पेश कीता, एक समस्या के उपर व्यंग कीता है। पहली कविता ते दूसरी कविता इन्हां नूं सरल अर्थ नूं ध्यान नाल करियो। इहदे विच छोटे छोटे क्वेश्चन है कि इस कविता का भाव की है, इस कविता का विशा की है। जिहड़ी पहली कविता सीगी तुहाडी उस कविता दे विच तां समाज दे विच हो रहे जुल्म के खिलाफ इंसान क्यों नहीं बोल रहा, उहदे ते एक कमेंट कीता है, उहदे ते एक बहुत बड़ा कवि ने व्यंग कीता है। उस कविता दे विच छोटी जी कविता बेशक पर बड़े भावपूर्ण ढंग नाल एक लरजदा नीर सी। इस कविता दे विच कवि ने भावपूर्ण ढंग दे नाल अपने विचार पेश कीते है। विचार यही है कि एक जुल्म करने वाली सरकार के खिलाफ किस तरह इंसान पत्थर हो जाता है। दूसरी कविता नज़र, इहदे विच पंजाब दे विच जिहड़ी एक हनेरी चली सीगी, उस हनेरी दे नाल होण पंजाब नूं जो नुकसान होया सीगा उस नुकसान की गल कीती है। इन्हां दोनों कवितावां नूं तुसीं ध्यान नाल सुन लिओ। लैक्चर सुनने तो बाद तुसीं संबंधित प्रश्नां दे उत्तर लिख लिओ, नोट कर लिओ ते मैनूं भी भेज दिओ। अज दा लैक्चर आपां इत्थे खत्म करदे हां। आउण वाले दिनां दे विच अगला लैक्चर देवांगे।